1 ਅਕਤੂਬਰ ਦੀ ਰਾਤ ਨੂੰ ਇਜ਼ਰਾਈਲ ਵਿੱਚ ਹਾਲਾਤ ਕੁਝ ਇਦਾਂ ਦੇ ਸੀ। ਇਹ ਕੋਈ ਆਤਿਸ਼ਬਾਜ਼ੀ ਨਹੀਂ, ਮਿਜ਼ਾਈਲਾਂ ਨੇ। ਈਰਾਨ ਵੱਲੋਂ 180 ਮਿਜ਼ਾਈਲਾਂ ਇਜ਼ਰਾਈਲ ਵੱਲ ਵੀ ਛੱਡੀਆਂ ਗਈਆਂ ਸੀ। ਇਹਨਾਂ ਮਿਜ਼ਾਈਲਾਂ ਨੂੰ ਲਾਂਚ ਕਰਨ ਦਾ ਆਦੇਸ਼ ਸੁਪਰੀਮ ਲੀਡਰ ਅਯਤੁੱਲਾ ਅਲੀ ਖੇਮਨੀ ਨੇ ਦਿੱਤਾ ਸੀ। ਈਰਾਨ ਦੀ IRGC ਫੋਰਸ, ਇਸਲਾਮਿਕ ਰੈਵੋਲੂਸ਼ਨ ਗਾਰਡ ਕੋਰ, ਜਿਹੜੀ ਈਰਾਨ ਦੀ ਫੌਜ ਦਾ ਇੱਕ ਹਿੱਸਾ ਹੈ, ਉਹਨਾਂ ਕਿਹਾ ਕਿ 90% ਤੋਂ ਵੱਧ ਮਿਜ਼ਾਈਲਾਂ ਨੇ ਸਫਲਤਾਪੂਰਵਕ ਆਪਣੇ ਟਾਰਗੇਟ ਨੂੰ ਹਿੱਟ ਕੀਤਾ ਹੈ। ਦੂਜੇ ਪਾਸੇ ਇਜ਼ਰਾਈਲ ਕਹਿੰਦਾ ਕਿ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲ 에ਅਰ ਡਿਫੈਂਸ ਦੁਆਰਾ ਰੋਕ ਲਿਆ ਗਿਆ ਸੀ। ਇਹਨਾਂ ਮਿਜ਼ਾਈਲਾਂ ਦੁਆਰਾ ਹੋਈ ਤਬਾਹੀ ਨੂੰ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹਨਾਂ ਖੱਡਿਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਜ਼ਰਾਈਲ ਵਿੱਚ ਕਿੰਨੀ ਤਬਾਹੀ ਹੋਈ ਹੈ। ਇੱਕ 30 ਫੁੱਟ ਦਾ ਖੱਡਾ ਬਿਲਕੁਲ ਮੋਸਾਦ ਦੇ ਹੈੱਡਕੁਆਟਰ ਦੇ ਸਾਹਮਣੇ ਹੋਇਆ ਸੀ। ਦੱਖਣੀ ਇਜ਼ਰਾਈਲ ਵਿੱਚ ਨਗੇਵ ਦਾ ਇੱਕ ਮਾਰੂਥਲ ਹੈ, ਜਿੱਥੇ ਇਜ਼ਰਾਈਲੀ ਫੌਜ ਦਾ ਇੱਕ ਵੱਡਾ ਹੈੱਡਕੁਆਟਰ ਹੈ। ਉਸ ਵੱਲ ਵੀ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਹਾਲਾਂਕਿ ਇਜ਼ਰਾਈਲ ਦਾ ਇੱਥੇ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਘੱਟ ਨੁਕਸਾਨ ਹੋਇਆ ਹੈ। ਫਿਰ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਿਤਨਯਾਹੂ ਨੇ ਕਿਹਾ ਹੈ ਕਿ ਉਹ ਇਸ ਚੀਜ਼ ਦਾ ਬਦਲਾ ਜ਼ਰੂਰ ਲੈਣਗੇ। Iran made a big mistake tonight, and it will pay for it. The regime in Iran does not understand our determination to defend ourselves and our determination to retaliate against our enemy. ਹੁਣ ਇਹ ਸਵਾਲ ਇਹ ਉੱਠਦਾ ਕਿ ਈਰਾਨ ਇਸ ਜੰਗ ਵਿੱਚ ਕਿੱਦਾਂ ਸ਼ਾਮਲ ਹੋ ਗਿਆ। ਪਿਛਲੇ ਸਾਲ ਹਮਾਸ ਹਮਲੇ ਨਾਲ ਸ਼ੁਰੂ ਹੋਈ ਜੰਗ ਹੁਣ ਕਈ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਇਜ਼ਰਾਈਲ ਨਾ ਸਿਰਫ ਫਲਸਤੀਨ ਤੇ ਹਮਲੇ ਕਰ ਰਿਹਾ ਹੈ, ਬਲਕਿ ਲਿਬਨਾਨ ਤੇ ਵੀ ਬਹੁਤ ਸਾਰੇ ਹਮਲੇ ਕਰ ਰਿਹਾ ਹੈ। ਬਹੁਤ ਸਾਰੇ ਅਰਧਸੈਨਿਕ ਸਮੂਹ ਤੇ ਟੈਰਰਿਸਟ ਗਰੁੱਪ ਜਿਵੇਂ ਹਮਾਸ, ਹਿਜ਼ਬੁੱਲਾ ਤੇ ਹਿਊਥੀਸ ਇਸ ਯੁੱਧ ਵਿੱਚ ਸ਼ਾਮਿਲ ਹੋ ਚੁੱਕੇ ਨੇ। ਤੇ ਹੁਣ ਇਜ਼ਰਾਈਲ ਵਰਗਾ ਇੱਕ ਵੱਡਾ ਦੇਸ਼ ਵੀ ਇਸ ਲੜਾਈ ਵਿੱਚ ਸ਼ਾਮਿਲ ਹੋ ਚੁੱਕਾ ਹੈ ਤੇ ਕਈ ਮੀਡੀਆ ਚੈਨਲ ਇਸ ਨੂੰ World War 3 ਕਹਿ ਕੇ ਬੁਲਾ ਰਹੇ ਨੇ। World on the brink of World War 3. World War 3 has already started. The World War is already upon us. ਹਾਂ, ਇਹ ਗੱਲ ਸੱਚ ਹੈ ਕਿ ਇਸ ਜੰਗ ਵਿੱਚ ਕਈ ਦੇਸ਼ ਸ਼ਾਮਿਲ ਹੋ ਚੁੱਕੇ ਨੇ। ਜੇ ਸਥਿਤੀ ਇਸੇ ਤਰ੍ਹਾਂ ਹੌਲੀ-ਹੌਲੀ ਵਿਗੜਦੀ ਰਹੀ ਤਾਂ ਹੋ ਸਕਦਾ ਮੱਧ ਪੂਰਬ ਵਿੱਚ ਇੱਕ ਖੇਤਰੀ ਯੁੱਧ ਛਿੜ ਜਾਵੇ। ਪਰ ਇਸ ਨੂੰ World War 3 ਕਹਿਣਾ ਇਹ ਮਜ਼ਾਕ ਲੱਗਦਾ ਹੈ। ਇਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਈਰਾਨ ਨੇ ਇਜ਼ਰਾਈਲ ਤੇ ਹਮਲਾ ਕੀਤਾ ਹੈ, ਕਿਉਂਕਿ ਕੁਝ ਮਹੀਨੇ ਪਹਿਲਾਂ ਇਜ਼ਰਾਈਲ ਤੇ 300 ਤੋਂ ਵੱਧ ਡਰੋਨ ਤੇ ਮਿਜ਼ਾਈਲਾਂ ਲਾਂਚ ਕੀਤੀਆਂ ਗਈਆਂ ਸੀ। ਜਿਸ ਨੂੰ ਇੱਕ ਅੰਦਾਜ਼ੇ ਨਾਲ ਦੇਖੀਏ ਤਾਂ ਅਪ੍ਰੈਲ ਵਾਲਾ ਹਮਲਾ ਅਕਤੂਬਰ ਦੇ ਹਮਲੇ ਨਾਲੋਂ ਕਿਤੇ ਵੱਡਾ ਸੀ, ਜਿਸ ਵਿੱਚ ਲਗਭਗ 170 ਡਰੋਨ, 30 ਕਰੂਜ਼ ਮਿਜ਼ਾਈਲਾਂ ਤੇ 110 ਬੈਲਿਸਟਿਕ ਮਿਜ਼ਾਈਲਾਂ ਇਜ਼ਰਾਈਲ ਵੱਲੋਂ ਲਾਂਚ ਕੀਤੀਆਂ ਗਈਆਂ ਸੀ। ਉਹ ਵੱਖਰੀ ਗੱਲ ਹੈ ਕਿ ਉਸ ਟਾਈਮ ਇਹ ਸਾਰੇ ਨਿਊਜ਼ ਚੈਨਲ ਚੋਣ ਸੀਜ਼ਨ ਦੇ ਕਾਰਨ ਨਰਿੰਦਰ ਮੋਦੀ ਦਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਸੀ। ਨਹੀਂ ਤਾਂ ਇਹ ਅਪ੍ਰੈਲ ਵਾਲਾ ਹਮਲਾ ਕਈ ਤਰੀਕਿਆਂ ਨਾਲ ਵਿਲੱਖਣ ਸੀ। ਇਹ ਦਹਾਕਿਆਂ ਵਿੱਚ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਇਜ਼ਰਾਈਲ ਤੇ ਡਾਇਰੈਕਟ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ 1991 ਦੀ ਖਾੜੀ ਜੰਗ ਦੇ ਦੌਰਾਨ ਸੱਦਾਮ ਹੁਸੈਨ ਨੇ ਇਰਾਕ ਵੱਲੋਂ ਇਜ਼ਰਾਈਲ ਤੇ ਮਿਜ਼ਾਈਲਾਂ ਦਾਗੀਆਂ ਸੀ। ਪਰ ਹੁਣ ਅਪ੍ਰੈਲ ਵਿੱਚ ਈਰਾਨ ਦੇ ਹਮਲੇ ਪਿੱਛੇ ਕੀ ਕਾਰਨ ਸੀ? ਈਰਾਨ ਕਹਿੰਦਾ ਹੈ ਬਦਲਾ ਲੈਣ ਦੀ ਕਾਰਵਾਈ। ਇਸ ਤੋਂ 2 ਹਫ਼ਤੇ ਪਹਿਲਾਂ 1 ਅਪ੍ਰੈਲ ਦੇ ਆਸ-ਪਾਸ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੇ ਹਵਾਈ ਹਮਲਾ ਕੀਤਾ ਸੀ। ਇਸ ਹਵਾਈ ਹਮਲੇ ਦੇ ਵਿੱਚ 7 ਈਰਾਨੀ ਅਫਸਰਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ, ਜਿਸ ਵਿੱਚ ਈਰਾਨੀ ਦੂਤਾਵਾਸ ਦਾ ਇੱਕ ਚੋਟੀ ਦਾ ਜਨਰਲ ਵੀ ਸ਼ਾਮਿਲ ਸੀ। ਇੱਕ ਗੱਲ ਤਾਂ ਸਾਫ਼ ਹੈ, ਜੇਕਰ ਕੋਈ ਵੀ ਦੇਸ਼ ਕਿਸੇ ਦੇਸ਼ ਦੇ ਫੌਜੀਆਂ ਨੂੰ ਮਾਰੇਗਾ ਤਾਂ ਕੋਈ ਵੀ ਦੇਸ਼ ਬਰਦਾਸ਼ਤ ਨਹੀਂ ਕਰੇਗਾ। ਤਾਂ ਇੱਥੇ ਤੇ ਦੂਤਾਵਾਸ ਤੇ ਹਮਲਾ ਕੀਤਾ ਗਿਆ ਸੀ। ਇੱਥੇ ਦਿਮਾਗ ਵਿੱਚ ਇੱਕ ਸਵਾਲ ਇਹ ਵੀ ਹੁੰਦਾ ਕਿ ਇਜ਼ਰਾਈਲ ਨੇ ਇਹ ਪੰਗਾ ਲਿਆ ਕਿਉਂ? ਇਜ਼ਰਾਈਲ ਇਸ ਸਵਾਲ ਦੇ ਪਿੱਛੇ ਜਵਾਬ ਦਿੰਦਾ ਹੈ ਕਿ ਉਹ ਕੋਈ ਦੂਤਾਵਾਸ ਨਹੀਂ, ਬਲਕਿ ਅੱਤਵਾਦੀਆਂ ਦੇ ਰਹਿਣ ਦਾ ਇੱਕ ਟਿਕਾਣਾ ਸੀ ਤੇ ਹਮਲੇ ਵਿੱਚ ਮਰਨ ਵਾਲੇ ਲੋਕਾਂ ਦੇ ਹਿਜ਼ਬੁੱਲਾ ਨਾਲ ਨੇੜਲੇ ਸੰਬੰਧ ਸੀ। ਆਖਿਰ ਹੁਣ ਇਹ ਹਿਜ਼ਬੁੱਲਾ ਕੀ ਹੈ ਤੇ ਇਹਦਾ ਈਰਾਨ ਨਾਲ ਕੀ ਸੰਬੰਧ ਹੈ, ਜਿਹੜਾ ਈਰਾਨ ਨੇ ਡਾਇਰੈਕਟ ਇਜ਼ਰਾਈਲ ਉੱਤੇ ਹਮਲਾ ਕਰ ਦਿੱਤਾ? ਹਿਜ਼ਬੁੱਲਾ ਤੇ ਹਿਊਥੀਸ ਵਰਗੇ ਗਰੁੱਪ ਇਜ਼ਰਾਈਲ ਤੇ ਕਈ ਸਾਲਾਂ ਤੋਂ ਹਮਲਾ ਕਰਦੇ ਆ ਰਹੇ ਨੇ ਤੇ ਜਦੋਂ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਤੇ ਗਾਜ਼ਾ ਤੇ ਬੰਬਾਰੀ ਕੀਤੀ ਤਾਂ ਉਸ ਦੀ ਬਰਬਰਤਾ ਬਹੁਤ ਜ਼ਿਆਦਾ ਸੀ। ਇਜ਼ਰਾਈਲ ਨੇ ਜਿੱਥੇ ਵੀ ਹਮਲਾ ਕੀਤਾ ਉਹ ਜਗ੍ਹਾ ਰਹਿਣ ਦੇ ਲਾਇਕ ਨਹੀਂ ਬਚੀ। 3 ਸਮੂਹ ਗਾਜ਼ਾ ਵਿੱਚ ਹਮਾਸ, ਯਮਨ 'ਚ ਹਿਊਥੀਸ ਤੇ ਲੈਬਨਾਨ ਵਿੱਚ ਹਿਜ਼ਬੁੱਲਾ, ਇਹਨਾਂ ਨੂੰ ਈਰਾਨ ਦੇ ਪ੍ਰੌਕਸੀ ਮੰਨਿਆ ਜਾਂਦਾ ਹੈ। ਈਰਾਨ ਪਰਦੇ ਪਿੱਛੇ ਰਹਿ ਕੇ ਇਹਨਾਂ ਨੂੰ ਪੈਸਾ ਤੇ ਸਮਰਥਨ ਦਿੰਦਾ ਹੈ। ਹਿਜ਼ਬੁੱਲਾ ਦੀ ਗੱਲ ਕਰੀਏ, ਇਹ ਦੁਨੀਆ ਦੇ ਸਭ ਤੋਂ ਭਾਰੀ ਤੇ ਗੈਰ ਰਾਜੀ ਸਮੂਹਾਂ ਵਿੱਚੋਂ ਇੱਕ ਹੈ। ਇੱਕ ਸਿਆ ਅੱਤਵਾਦੀ ਸਮੂਹ ਜਿਹੜਾ 1982 ਦੇ ਵਿੱਚ ਹੋਂਦ ਵਿੱਚ ਆਇਆ ਸੀ ਜਦੋਂ ਈਰਾਨ ਨੇ ਲਿਬਨਾਨ ਤੇ ਹਮਲਾ ਕੀਤਾ ਸੀ। ਇਹ ਗਰੁੱਪ 1985 ਵਿੱਚ ਇੱਕ ਅਧਿਕਾਰਿਤ ਸੰਸਥਾ ਬਣ ਚੁੱਕਾ ਸੀ। ਇਸ ਨੇ ਲਿਬਨਾਨ ਵਿੱਚ ਪੱਛਮੀ ਸ਼ਕਤੀਆਂ ਦੇ ਖਾਤਮੇ ਲਈ ਆਪਣਾ ਇੱਕ ਚੋਣ ਪੱਤਰ ਵੀ ਬਣਾਇਆ ਸੀ ਤੇ ਇਜ਼ਰਾਈਲ ਰਾਜ ਦੇ ਵਿਨਾਸ਼ ਦੀ ਮੰਗ ਕੀਤੀ ਸੀ। ਲਗਭਗ ਸਾਰੇ ਪੱਛਮੀ ਦੇਸ਼, ਅਮਰੀਕਾ ਤੇ ਯੂਰਪ ਹਿਜ਼ਬੁੱਲਾ ਨੂੰ ਇੱਕ ਅੱਤਵਾਦੀ ਸਮੂਹ ਮੰਨਦੇ ਨੇ। ਹਾਲਾਂਕਿ ਇੰਡੀਅਨ ਸਰਕਾਰ ਇਹ ਜਿਹਾ ਨਹੀਂ ਮੰਨਦੀ। ਲਿਬਨਾਨ ਦੇ ਦੱਖਣੀ ਹਿੱਸੇ ਤੇ ਲਗਭਗ 22 ਸਾਲਾਂ ਤੱਕ ਇਜ਼ਰਾਈਲ ਨੇ ਕਬਜ਼ਾ ਕਰਕੇ ਰੱਖਿਆ ਸੀ। ਇਹ ਉਹੀ ਹਿਜ਼ਬੁੱਲਾ ਸੀ ਜਿਹਨੇ 2000 ਦੇ ਵਿੱਚ ਇਜ਼ਰਾਈਲ ਨੂੰ ਲੈਬਨਾਨ ਤੋਂ ਬਾਹਰ ਤੱਕ ਦਿੱਤਾ ਸੀ। 2006 ਦੇ ਵਿੱਚ ਇਜ਼ਰਾਈਲ ਤੇ ਹਿਜ਼ਬੁੱਲਾ ਦੇ ਵਿਚਕਾਰ ਹੋਈ ਜੰਗ 34 ਦਿਨਾਂ ਤੱਕ ਚੱਲੀ ਸੀ, ਪਰ ਇਸ ਜੰਗ ਨੂੰ ਕੋਈ ਵੀ ਜਿੱਤ ਨਹੀਂ ਸਕਿਆ ਸੀ। ਜਦੋਂ ਲੈਬਨਾਨ ਨੂੰ ਨਕਸ਼ੇ ਤੇ ਦੇਖਦੇ ਹਾਂ ਤੇ ਇਸ ਦਾ ਕਾਫੀ ਵੱਡਾ ਹਿੱਸਾ ਹਿਜ਼ਬੁੱਲਾ ਦੇ ਨਿਯੰਤਰਣ ਵਿੱਚ ਹੈ। ਇਹ ਅਰਧਸੈਨਿਕ ਗਰੁੱਪ ਅਸਲ ਵਿੱਚ ਕਾਫੀ ਹੱਦ ਤੱਕ ਲੈਬਨਾਨ ਦੀ ਆਪਣੀ ਫੌਜ ਨਾਲੋਂ ਵੀ ਕਾਫੀ ਜ਼ਿਆਦਾ ਤਾਕਤਵਰ ਹੈ। Some countries classify Hezbollah as a terror group. More powerful than the state, and more armed than the Lebanese army is. ਤੇ ਪਿਛਲੇ ਕੁਝ ਮਹੀਨਿਆਂ ਤੋਂ ਹਿਜ਼ਬੁੱਲਾ ਤੇ ਇਜ਼ਰਾਈਲ ਦੇ ਵਿਚਕਾਰ ਜੰਗ ਖੁੱਲ੍ਹੇਆਮ ਚੱਲ ਰਹੀ ਹੈ। 7 ਅਕਤੂਬਰ 2023 ਨੂੰ ਹਮਾਸ ਨੇ ਇਜ਼ਰਾਈਲ ਤੇ ਹਮਲਾ ਕੀਤਾ ਸੀ ਤੇ ਅਗਲੇ ਦਿਨ 8 ਅਕਤੂਬਰ 2023 ਨੂੰ ਹਿਜ਼ਬੁੱਲਾ ਨੇ ਵੀ ਅਧਿਕਾਰਿਤ ਤੌਰ ਤੇ ਜੰਗ ਦਾ ਐਲਾਨ ਕਰ ਦਿੱਤਾ ਸੀ। ਜੇਕਰ ਦੂਜੇ ਪਾਸੇ ਹਿਊਥੀਸ ਦੀ ਗੱਲ ਕਰੀਏ ਤਾਂ ਇਸ ਦੀ ਸਥਾਪਨਾ
1990 ਦੇ ਦਹਾਕੇ ਵਿੱਚ ਕੀਤੀ ਗਈ ਸੀ। ਇਸ ਦਾ ਕਾਰਨ ਯਮਨ ਵਿੱਚ ਸ਼ੀਆ ਹਾਸ਼ੀਏ ਤੇ ਵੱਧਦਾ ਵਿਦੇਸ਼ੀ ਪ੍ਰਭਾਵ ਸੀ। ਹਿਊਥੀਸ ਨੂੰ ਬਹੁਤ ਸਾਰੇ ਦੇਸ਼ਾਂ ਵੱਲੋਂ ਇੱਕ ਅੱਤਵਾਦੀ ਸਮੂਹ ਮੰਨਿਆ ਜਾਂਦਾ ਹੈ ਤੇ ਹਿਊਥੀਸ ਯਮਨ ਦੀ ਸਰਕਾਰ ਦਾ ਵਿਰੋਧ ਕਰਦੇ ਰਹਿੰਦੇ ਨੇ। ਇਰਾਨ ਤੋਂ ਇਲਾਵਾ ਮੰਨਿਆ ਜਾਂਦਾ ਕਿ ਰੂਸ ਵੀ ਹਿਊਥੀਸ ਨੂੰ ਫੰਡ ਦਿੰਦਾ ਹੈ ਤੇ ਸਾਊਦੀ ਅਰਬ ਤੇ ਯਮਨ ਦੀ ਸਰਹੱਦ ਸਾਂਝੀ ਹੈ। ਸਾਊਦੀ ਅਰਬ ਪੱਛਮੀ ਦੇਸ਼ਾਂ ਵਾਂਗੂ ਯਮਨ ਦੀ ਸਰਕਾਰ ਦਾ ਸਮਰਥਨ ਕਰਦਾ ਹੈ ਤੇ ਹਿਊਥੀਸ ਦਾ ਵਿਰੋਧ ਕਰਦਾ ਹੈ। ਤੇ ਹੁਣ ਜੋ ਯੁੱਧ ਚੱਲ ਰਿਹਾ ਇਸ ਦੇ ਵਿੱਚ ਹਿਜ਼ਬੁੱਲਾ ਦਾ ਇੱਕ ਕਾਫੀ ਸ਼ਕਤੀਸ਼ਾਲੀ ਪ੍ਰਦਰਸ਼ਨ ਰਿਹਾ ਹੈ। ਇਜ਼ਰਾਈਲ ਤੇ ਲਬਨਾਨ ਦੀ ਹੱਦ ਤੋਂ ਲਗਭਗ 80,000 ਤੋਂ ਵੱਧ ਇਜ਼ਰਾਈਲੀਆਂ ਨੂੰ ਆਪਣੇ ਸ਼ਹਿਰ ਤੇ ਕਸਬੇ ਛੱਡ ਕੇ ਉੱਥੋਂ ਜਾਣਾ ਪਿਆ ਹੈ ਕਿਉਂਕਿ ਲਬਨਾਨ ਵੱਲੋਂ ਹਰ ਰੋਜ਼ ਰਾਕਟ ਫਾਇਰ ਕੀਤੇ ਜਾ ਰਹੇ ਸੀ। ਦੂਜਾ ਹਿਊਥੀਸ ਨੇ ਰੈੱਡ ਸੀ ਨੂੰ ਡਿਸਟਰਬ ਕੀਤਾ, ਉੱਥੋਂ ਲੰਘਣ ਵਾਲੇ ਜਹਾਜ਼ਾਂ ਤੇ ਮਿਜ਼ਾਈਲ ਨਾਲ ਹਮਲਾ ਕਰਕੇ, ਜਿਸ ਨਾਲ ਲਗਭਗ ਪੂਰੀ ਦੁਨੀਆ ਦੇ ਵਪਾਰ ਨੂੰ $1 ਟ੍ਰਿਲੀਅਨ ਦਾ ਨੁਕਸਾਨ ਹੋਇਆ ਹੈ। ਅਪ੍ਰੈਲ ਦੇ ਹਮਲੇ ਤੋਂ ਪਹਿਲਾਂ ਈਰਾਨ ਸਿੱਧੇ ਤੌਰ ਤੇ ਇਸ ਯੁੱਧ ਵਿੱਚ ਸ਼ਾਮਿਲ ਨਹੀਂ ਸੀ, ਹਾਲਾਂਕਿ ਆਪਣੇ ਪ੍ਰੌਕਸੀਆਂ ਵੱਲੋਂ ਹਮਲਾ ਕਰਵਾ ਰਿਹਾ ਸੀ ਪਰ ਉਹਨਾਂ ਨੇ 14 ਅਪ੍ਰੈਲ ਨੂੰ ਇੱਕ ਅਧਿਕਾਰਿਕ ਬਿਆਨ ਜਾਰੀ ਕੀਤਾ ਸੀ ਕਿ ਜੇਕਰ ਯੂਨਿਟ ਸ਼ਾਸਨ ਹਮਲਾ ਕਰਦਾ ਉਹਨਾਂ ਦੇ ਹਿੱਤ ਸੰਪत्ति ਤੇ ਨਾਗਰਿਕਾਂ ਤੇ ਤਾਂ ਫਿਰ ਉਹ ਜਵਾਬੀ ਹਮਲਾ ਜ਼ਰੂਰ ਕਰਨਗੇ ਤੇ ਇਹ ਕਿਹਾ ਸੀ IRGC ਦੇ ਮੁਖੀ ਹੁਸੈਨ ਸਲਾਮੀ ਨੇ। ਫਿਰ 31 ਜੁਲਾਈ ਨੂੰ ਈਰਾਨ ਦੀ ਰਾਜਧਾਨੀ ਤਹਿਰੀਨ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਕਤਲੇਆਮ ਹੁੰਦਾ ਹੈ। ਹਮਾਸ ਦੇ ਰਾਜਨੀਤਿਕ ਨੇਤਾ ਇਸਲਾਮ ਹਿਨਈਆ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। Palestinian militant group Hamas has said its political leader Ismail Haniyeh has been killed in Iran. ਇਹ ਕਤਲ ਕਿਸਨੇ ਕੀਤਾ? ਅਧਿਕਾਰਿਤ ਤੌਰ ਤੇ ਇਸ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ, ਪਰ ਇਸ ਦਾ ਸਿੱਧਾ ਸ਼ੱਕ ਜਾਂਦਾ ਹੈ ਇਜ਼ਰਾਈਲ ਤੇ। ਉਸ ਤੋਂ ਬਾਅਦ ਜੁਲਾਈ ਦੇ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਖੂਨ ਕਦੇ ਵੀ ਬਰਬਾਦ ਨਹੀਂ ਜਾਏਗਾ ਤੇ ਉਦੋਂ ਤੋਂ ਹੀ ਬਦਲਾ ਲੈਣ ਦੀਆਂ ਚੇਤਾਵਨੀਆਂ ਸ਼ੁਰੂ ਹੋ ਚੁੱਕੀਆਂ ਸੀ। ਫਿਰ 2 ਮਹੀਨਿਆਂ ਬਾਅਦ 17 ਸਤੰਬਰ ਨੂੰ ਹਿਜ਼ਬੁੱਲਾ ਤੇ ਪੇਜਰ ਹਮਲਾ ਹੋਇਆ ਜਿਸ ਵਿੱਚ ਕਾਫੀ ਸਾਰੇ ਲੋਕ ਪ੍ਰਭਾਵਿਤ ਹੋਏ ਸੀ ਤੇ ਫਿਰ 20 ਸਤੰਬਰ ਨੂੰ ਇੱਕ ਹੋਰ ਹਾਈ ਪ੍ਰੋਫਾਈਲ ਕਤਲ ਹੋਇਆ ਸੀ ਇਬਰਾਹਿਮ ਅਕੀਲ ਦਾ। ਇਹ ਹਿਜ਼ਬੁੱਲਾ ਦੀ ਸਪੈਸ਼ਲ ਆਪਰੇਸ਼ਨ ਫੋਰਸ ਦਾ ਕਮਾਂਡਰ ਸੀ। ਇਹ ਸਭ ਈਰਾਨ ਦੇ ਪ੍ਰੌਕਸੀ ਸੀ। ਜ਼ਾਹਿਰ ਜੀ ਗੱਲ ਹੈ ਈਰਾਨ ਸਰਕਾਰ ਇਹਨਾਂ ਕਾਰਵਾਈਆਂ ਤੋਂ ਖੁਸ਼ ਨਹੀਂ ਸੀ। ਫਿਰ ਅਗਲੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਕਈ ਹਾਈ ਪ੍ਰੋਫਾਈਲ ਹੱਤਿਆਵਾਂ ਹੋਈਆਂ ਸੀ। 25 ਸਤੰਬਰ ਨੂੰ ਹਿਜ਼ਬੁੱਲਾ ਦੇ ਮਿਜ਼ਾਈਲ ਯੂਨਿਟ ਦੇ ਨੇਤਾ ਦੀ ਹੱਤਿਆ ਕਰ ਦਿੱਤੀ ਗਈ। 27 ਸਤੰਬਰ ਨੂੰ IRGC ਦੇ ਬ੍ਰਿਗੇਡੀਅਰ ਜਨਰਲ ਅਬਾਸ ਨੀਲ ਫਰੋਸ਼ਨ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ ਤੇ ਇਸ ਹਵਾਈ ਹਮਲੇ ਦੇ ਵਿੱਚ ਹਿਜ਼ਬੁੱਲਾ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਸੇ ਹਵਾਈ ਹਮਲੇ ਦੇ ਵਿੱਚ 1992 ਤੋਂ ਹਿਜ਼ਬੁੱਲਾ ਦੇ ਜਨਰਲ ਸਕੱਤਰ ਰਹੇ ਸੁਪਰੀਮ ਲੀਡਰ ਹਸਨ ਨਸਰੁੱਲਾ ਨੂੰ ਵੀ ਮਾਰ ਦਿੱਤਾ ਗਿਆ ਸੀ। ਇਜ਼ਰਾਈਲ ਵੱਲੋਂ ਚੋਟੀ ਦੇ ਨੇਤਾਵਾਂ ਨੂੰ ਮਾਰਨ ਦੇ ਬਾਵਜੂਦ ਵੀ ਲੈਬਨਾਨ ਉੱਤੇ ਹਵਾਈ ਹਮਲੇ ਅੱਜ ਵੀ ਲਗਾਤਾਰ ਜਾਰੀ ਨੇ। ਹਿਜ਼ਬੁੱਲਾ ਵੱਲੋਂ ਵੀ ਇਜ਼ਰਾਈਲ ਤੇ ਰਾਕਟ ਦਾਗੇ ਜਾ ਰਹੇ ਨੇ ਤੇ ਇਹ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਸਤੰਬਰ ਦੇ ਆਖਰੀ ਹਫਤੇ ਲੈਬਨਾਨ ਵਿੱਚ ਇਜ਼ਰਾਈਲ ਦੇ ਹਵਾਈ ਹਮਲਿਆਂ ਕਾਰਨ 1000 ਲੋਕ ਮਾਰੇ ਗਏ ਸੀ। UN ਤੇ ਅਮਰੀਕਾ ਲਗਾਤਾਰ ਇਹਨਾਂ ਹਮਲਿਆਂ ਦੀ ਨਿੰਦਾ ਕਰ ਰਹੇ ਨੇ ਪਰ ਇਜ਼ਰਾਈਲ ਵੱਲੋਂ ਰੁਕਣ ਦੇ ਸੰਕੇਤ ਨਜ਼ਰ ਨਹੀਂ ਆ ਰਹੇ। ਜੇ ਆਪਾਂ 1 ਅਕਤੂਬਰ ਦੇ ਤਾਜ਼ਾ ਹਮਲੇ ਦੀ ਗੱਲ ਕਰੀਏ ਤਾਂ ਇਜ਼ਰਾਈਲ ਨੂੰ ਈਰਾਨ ਵੱਲੋਂ ਜਵਾਬੀ ਹਮਲੇ ਦਾ ਕੋਈ ਅੰਦਾਜ਼ਾ ਨਹੀਂ ਸੀ ਪਰ ਅਮਰੀਕਾ ਨੇ ਇਸ ਦਾ ਅੰਦਾਜ਼ਾ ਸਭ ਤੋਂ ਪਹਿਲਾਂ ਲਗਾਇਆ ਸੀ ਤੇ ਇਜ਼ਰਾਈਲ ਨੂੰ ਸੂਚਿਤ ਕੀਤਾ ਸੀ ਤੇ 1 ਅਕਤੂਬਰ ਸ਼ਾਮ ਦੇ 7:30 ਵਜੇ IDF ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਈਰਾਨ ਨੇ ਇਜ਼ਰਾਈਲ ਵੱਲ ਨੂੰ ਮਿਸਾਈਲਾਂ ਲਾਂਚ ਕਰ ਦਿੱਤੀਆਂ ਨੇ ਤੇ ਪੂਰੇ ਦੇਸ਼ ਦੇ ਵਿੱਚ ਸਾਇਰਨ ਵੱਜਣੇ ਸ਼ੁਰੂ ਹੋ ਚੁੱਕੇ ਸੀ। ਇੱਕ ਈਰਾਨੀ ਨਿਊਜ਼ ਚੈਨਲ ਨੇ IRGC ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਹਮਲੇ ਦਾ ਕਾਰਨ ਹਿਜ਼ਬੁੱਲਾ ਦੇ ਨੇਤਾਵਾਂ ਦੀ ਹੱਤਿਆ ਸੀ ਕਿਉਂਕਿ ਇਜ਼ਰਾਈਲ ਨੇ ਲੈਬਨਾਨ ਤੇ ਹਮਲਾ ਕੀਤਾ ਸੀ। ਇਜ਼ਰਾਈਲ ਨੇ ਹਿਜ਼ਬੁੱਲਾ ਦੇ ਨੇਤਾ ਦੀ ਹੱਤਿਆ ਕੀਤੀ ਸੀ ਤੇ ਹੁਣ ਈਰਾਨ ਇਸ ਦਾ ਬਦਲਾ ਲੈ ਰਿਹਾ ਹੈ। ਇਹ ਈਰਾਨੀ ਹਮਲਾ ਦੇਖਣ ਨੂੰ ਬਹੁਤ ਜ਼ਿਆਦਾ ਖਤਰਨਾਕ ਲੱਗਦਾ ਹੈ ਪਰ ਇਜ਼ਰਾਈਲ ਦੀ ਇੱਥੇ ਖੁਸ਼ਕਿਸਮਤੀ ਸੀ ਕਿ ਇਸ ਦੇ ਵਿੱਚ ਸਿਰਫ ਇੱਕ ਵਿਅਕਤੀ ਦੀ ਮੌਤ ਹੋਈ ਸੀ ਜਿਹੜਾ ਇੱਕ ਵੈਸਟ ਬੈਂਕ ਦਾ ਫਿਲਸਤੀਨੀ ਵਿਅਕਤੀ ਸੀ। ਇਸ ਦੇ ਬਾਵਜੂਦ ਵੀ ਇਜ਼ਰਾਈਲ ਦੇ ਫਾਈਨਾਂਸ ਤੇ ਵਿੱਤ ਮੰਤਰੀ ਨੇ ਧਮਕੀ ਦਿੱਤੀ ਹੈ ਜਿਵੇਂ ਗਾਜ਼ਾ, ਹਿਜ਼ਬੁੱਲਾ ਤੇ ਲੈਬਨਾਨ ਦਾ ਜੋ ਹਾਲ ਹੋਇਆ ਹੈ ਉਦਾਂ ਹੀ ਈਰਾਨ ਨੂੰ ਵੀ ਇਸ ਹਮਲੇ ਕਰਕੇ ਪਛਤਾਉਣਾ ਪਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇੰਨੀ ਗੱਲ ਕਹੀ ਹੈ ਕਿ ਈਰਾਨ ਨੇ ਇੱਕ ਵੱਡੀ ਗਲਤੀ ਕੀਤੀ ਹੈ, ਉਹ ਇਸ ਦਾ ਬਦਲਾ ਜ਼ਰੂਰ ਲੈਣਗੇ। איראן עשתה הערב טעות גדולה. את נחישותנו להגן על עצמנו ואת נחישותנו לגמול לאויבינו. ਕੁੱਲ ਮਿਲਾ ਕੇ ਗੱਲ ਇਹੀ ਹੈ ਕਿ ਇਹ ਇੱਕ ਬਦਲੇ ਦੀ ਲੜੀ ਹੈ। ਹਰ ਕੋਈ ਕਿਸੇ ਨਾ ਕਿਸੇ ਗੱਲ ਦਾ ਬਦਲਾ ਲੈ ਰਿਹਾ ਹੈ ਤੇ ਬੇਕਸੂਰ ਨਾਗਰਿਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ। UN ਦੇ ਜਨਰਲ ਸਕੱਤਰ ਨੇ ਵੀ ਕਿਸੇ ਇੱਕ ਦੇਸ਼ ਤੇ ਇਲਜ਼ਾਮ ਲਗਾਉਣ ਦੀ ਬਜਾਏ ਇਸ ਪੂਰੇ ਹਾਲਾਤਾਂ ਦੀ ਨਿੰਦਾ ਕੀਤੀ ਹੈ ਤੇ ਭਾਰਤ ਸਰਕਾਰ ਦਾ ਵੀ ਪ੍ਰਤੀਕਰਮ ਕੁਝ ਇਦਾਂ ਦਾ ਹੀ ਰਿਹਾ। ਭਾਰਤ ਸਰਕਾਰ ਨੇ ਈਰਾਨ ਵੱਲੋਂ ਕੀਤੇ ਗਏ ਹਮਲੇ ਦੀ ਕੋਈ ਸਿੱਧੀ ਤੇ ਸਪਸ਼ਟ ਨਫੇਕੀ ਨਹੀਂ ਕੀਤੀ। ਭਾਰਤ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਪੱਛਮੀ ਏਸ਼ੀਆ ਵਿੱਚ ਸੁਰੱਖਿਆ ਸਥਿਤੀ ਵਿਗੜਨ ਕਰਕੇ ਡੂੰਘੀ ਚਿੰਤਾ ਵਿੱਚ ਹਾਂ ਤੇ ਸਾਰੇ ਮੁੱਦਿਆਂ ਨੂੰ ਗੱਲਬਾਤ ਤੇ ਕੂਟਨੀਤੀ ਰਾਹੀਂ ਹੱਲ ਕਰਨ ਲਈ ਕਿਹਾ। ਭਾਰਤੀ ਨਾਗਰਿਕਾਂ ਨੂੰ ਈਰਾਨ ਵਿੱਚ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਣ ਦੀ ਸਲਾਹ ਦਿੱਤੀ ਤੇ ਜੋ ਲੋਕ ਪਹਿਲਾਂ ਈਰਾਨ ਵਿੱਚ ਰਹਿ ਰਹੇ ਨੇ ਉਹਨਾਂ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਤੇ ਇੰਡੀਅਨ ਐਮਬੈਸੀ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਵੀ ਕਿਤੇ ਇਦਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਦਾ ਹੀ ਹੁੰਦਾ ਹੈ। ਇਹ ਸਿਆਸਤਦਾਨ ਜੋ ਕਰਦੇ ਨੇ ਇੱਕ ਤੋਂ ਬਾਅਦ ਇੱਕ ਬਦਲਾ ਲੈਣਾ, ਅਕਸਰ ਉਹਨਾਂ ਦੇ ਆਪਣੇ ਲੋਕ ਹੀ ਉਹਨਾਂ ਦਾ ਸਮਰਥਨ ਨਹੀਂ ਕਰਦੇ। ਇਹਨਾਂ ਸਰਕਾਰਾਂ ਦੇ ਨਜ਼ਰੀਏ ਨੂੰ ਦੇਖਦੇ ਹੋਏ ਮਹਾਤਮਾ ਗਾਂਧੀ ਦੀ ਗੱਲ ਸਹੀ ਲੱਗਦੀ ਹੈ ਕਿ ਅੱਖ ਦੇ ਬਦਲੇ ਅੱਖ ਪੂਰੀ ਦੁਨੀਆ ਨੂੰ ਅੰਨਾ ਕਰ ਦਿੰਦੀ ਹੈ।